ਹਾਂਜੀ, ਸਾਰੇ ਦੇਖਣ ਵਾਲੇ ਸਾਡੇ ਦਰਸ਼ਕਾਂ ਨੂੰ ਤੇ ਸਰੋਤਿਆਂ ਨੂੰ ਡਾਕਟਰ ਜਗਜੀਤ ਸਿੰਘ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਾਡੀ ਵੀਡੀਓ ਜਿਹੜੀ ਆ ਗੁਰਮਤਿ ਸੰਵਾਦ ਵਿੱਚ ਸਰਦਾਰ ਭਾਈ ਜਸਬੀਰ ਸਿੰਘ ਜੀ, ਇਹ ਅਸੀਂ ਆਨੰਦ ਸੰਸਕਾਰਾਂ ਦੇ ਉੱਤੇ ਕਰ ਰਹੇ ਹਾਂ। ਪਲੇਲਿਸਟ ਸਾਡੀ ਆਨੰਦ ਸੰਸਕਾਰ ਆ। ਸਾਨੂੰ ਅਸੀਂ ਸ਼ੁਕਰਗੁਜ਼ਾਰ ਆ ਸਾਰਿਆਂ ਦੇ ਜਿਨ੍ਹਾਂ ਨੇ ਇਹਨੂੰ ਸਬਸਕ੍ਰਾਈਬ ਕੀਤਾ, ਦੇਖਿਆ, ਸ਼ੇਅਰ ਕੀਤਾ, ਲਾਈਕ ਕੀਤਾ ਤੇ ਸਾਡੀ ਹੌਸਲਾ ਅਫਜ਼ਾਈ ਕੀਤੀ। ਮੇਰੇ ਨਾਲ ਭਾਈ ਜਸਬੀਰ ਸਿੰਘ ਜੀ ਮੌਜੂਦ ਹਨ। ਉਹ ਸਾਡੇ ਨਾਲ ਅੱਜ ਅਗਲੀ ਲਾਮ, ਚੌਥੀ ਲਾਮ ਬਾਰੇ ਗੱਲ ਕਰਨਗੇ। ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਚੌਥੀ ਲਾਮ ਬਾਰੇ ਜਿਹੜਾ ਉਹ ਡਿਸਕਸ਼ਨ ਕਰਨੀ ਆ ਤੇ ਅਸੀਂ ਚੌਥੀ ਲਾਮ ਕਰੀਏ ਤੇ ਉਹਦੀ ਪਹਿਲੇ ਅੱਖਰੀ ਵਿਆਖਿਆ ਕਰੀਏ ਤੇ ਫਿਰ ਉਹਦਾ ਭਾਵ ਅਸੀਂ ਸਮਝਣ ਦੀ ਕੋਸ਼ਿਸ਼ ਕਰੀਏ ਜੀ। ਹਾਂਜੀ ਹਾਂ, ਇਹਦੀ ਜਿਹੜੀਆਂ ਪ੍ਰਾਰੰਭਕ ਪੰਕਤੀਆਂ, ਹਰ ਚੌਥੜੀ ਲਾਮ ਮਨ ਸਹਿਜ ਪਿਆ, ਹਰ ਪਾਇਆ ਬਲਰਾਮ ਜੀਓ। ਤੂੰ ਅੱਖਰੀ ਅਰਥਾ, ਹੇ ਅਕਾਲ ਪੁਰਖ ਪ੍ਰਭੂ, ਤੈਥੋਂ ਮੈਂ ਬਲਿਹਾਰ ਹਾਂ, ਤੈਥੋਂ ਸਦਕੇ ਹਾਂ। ਰਾਮ ਜਿਹੜਾ ਸਾਰਿਆਂ ਵਿੱਚ ਰਮਿਆ ਹੋਇਆ, ਜਿਹਦੇ ਮਨ ਵਿੱਚ ਸਹਿਜ ਪੈਦਾ ਹੋ ਗਿਆ, ਜਿਸ ਦੀ ਬਦੌਲਤ ਰੱਬ ਨਾਲ ਮਿਲਾਪ ਹੋਇਆ, ਸਾਨੂੰ ਜੁੜਨਾ ਨਸੀਬ ਹੋਇਆ। ਇਹ ਜਿਹੜਾ ਉਦਮ ਆ, ਇਹ ਜਿਹੜੀ ਜੀਵ ਦੀ ਅਵਸਥਾ, ਇਹ ਪ੍ਰਭੂ ਪਰਮਾਤਮਾ ਨਾਲ ਚੌਥੀ ਲਾਮ ਆ। ਜਾਂ ਇੰਝ ਆਖੀਏ ਕਿ ਰੱਬ ਨਾਲ ਜੁੜਿਆ ਹੋਇਆਂ ਦਾ ਇਹ ਚੌਥਾ ਲੱਛਣ ਆ। ਆਪਾਂ ਪਹਿਲਾਂ ਜਿਵੇਂ ਜ਼ਿਕਰ ਕਰ ਰਹੇ ਹਾਂ ਕਿ ਇਹ ਲਾਵਾਂ ਵਿੱਚ ਜਿਹੜੇ ਸੱਚਮੁੱਚ ਉਸ ਰੱਬ ਨਾਲ ਜੁੜੀਆਂ ਰੂਹਾਂ ਦਾ ਕੀ ਲੱਛਣ ਆ, ਉਹਨਾਂ ਦਾ ਕਿਹੋ ਜਿਹਾ ਆਚਰਨ ਆ, ਜੀਵਨ ਢੰਗ ਆ। ਸਧਾਰਨ ਸ਼ਬਦਾਂ ਵਿੱਚ ਇੰਝ ਆਖੀਏ ਕਿ ਰੱਬ ਨਾਲ ਜੁੜਨਾ ਕੀ ਆ, ਇਹਨਾਂ ਦਾ ਉੱਤਰ ਆ। ਤੋ ਚੌਥੀ ਲਾਮ ਵੀ ਦੱਸਿਆ ਹੈ ਕਿ ਜਿਹੜਾ ਇਹ ਅਵਸਥਾ ਕਿ ਸਾਡੇ ਮਨ ਵਿੱਚ ਸਹਿਜ ਦਾ ਪੈਦਾ ਹੋ ਜਾਣਾ, ਜਿਹਦੀ ਬਰਕਤਾਂ ਨਾਲ ਰੱਬ ਨਾਲ ਜੁੜ ਜਾਣਾ, ਇਹ ਇਸ ਜੀਵ ਇਸਤਰੀ ਦੀ, ਚਾਹੇ ਉਹ ਇਸਤਰੀ ਆ ਚਾਹੇ ਪੁਰਸ਼ ਆ, ਇਹ ਰੱਬ ਨਾਲ ਉਹਦੀ ਚੌਥੀ ਲਾਮ ਆ। ਸਹਿਜ ਦਾ ਅਖਰੀ ਅਰਥ ਆ ਆਤਮਕ ਅਡੋਲਤਾ, ਆਤਮ ਗਿਆਨ। ਔਰ ਗੁਰੂ ਸਾਹਿਬ ਨੇ ਬਾਣੀ ਵਿੱਚ ਬੜੇ ਸਪਸ਼ਟ ਅਤੇ ਨਿਰਣਾਇਕ ਰੂਪ ਵਿੱਚ ਸਾਨੂੰ ਇਹ ਦੱਸਿਆ ਕਿ ਭਾਈ ਰੇ ਗੁਰ ਬਿਨ ਸਹਿਜ ਨਾ ਹੋਏ, ਕਿ ਇਹ ਜਿਹੜਾ ਸਹਿਜ ਆ, ਆਤਮ ਗਿਆਨ ਆ, ਆਪੇ ਦੀ ਸੋਝੀ ਆ, ਅਡੋਲਤਾ, ਇਹ ਗੁਰੂ ਤੋਂ ਬਿਨਾਂ ਹਾਸਲ ਨਹੀਂ ਹੁੰਦੀ। ਗੁਰੂ ਕੋਲੋਂ ਹੀ ਸਾਨੂੰ ਇਹ ਸੋਝੀ ਮਿਲਦੀ ਆ। ਗੁਰੂ ਕੋਲੋਂ ਸੋਝੀ ਮਿਲਣ ਤੋਂ ਭਾਵ ਨਾਲ ਅੱਗੇ ਸਪਸ਼ਟ ਕਰ ਦਿੱਤਾ ਕਿ ਸ਼ਬਦੇ ਹੀ ਸਹਿਜ ਉਪਜੈ, ਹਰ ਪਾਇਆ ਸੱਚ ਸੋਏ। ਜਦੋਂ ਅਸੀਂ ਸ਼ਬਦ ਵਰਤਦੇ ਹਾਂ ਕਿ ਗੁਰੂ ਤੋਂ ਬਿਨਾਂ ਸਹਿਜ ਨਹੀਂ ਮਿਲਦਾ, ਨਹੀਂ ਉਪਜਦਾ, ਤਾਂ ਭਾਵਾ ਗੁਰੂ ਦਾ ਸ਼ਬਦ, ਗੁਰੂ ਕੀ ਬਾਣੀ, ਗੁਰੂ ਕਾ ਉਪਦੇਸ਼, ਜਿਹਨੂੰ ਸੁਣ ਕੇ, ਪੜ੍ਹ ਕੇ, ਵਿਚਾਰ ਕੇ ਜਦੋਂ ਅਸੀਂ ਉਸ ਉਤੇ ਅਮਲ ਕਰਦੇ ਹਾਂ, ਉਹ ਸੱਚ ਸਾਡੇ ਜੀਵਨ ਵਿੱਚ ਉਸ ਦਾ ਪ੍ਰਗਟਾਵਾ ਹੁੰਦਾ, ਅਸੀਂ ਉਸ ਸੱਚ ਨੂੰ ਵਿਹਾਰ ਵਿੱਚ ਲਿਆਉਂਦੇ ਹਾਂ, ਤਾਂ ਇਹ ਜਿਹੜਾ ਇਹ ਗੁਰੂ ਦੁਆਰਾ ਸਹਿਜ ਦੀ ਪ੍ਰਾਪਤੀ ਹੋਣ ਦਾ ਲਖਾਇਕ ਆ। ਭਾਵ ਇਹ ਆ ਗੁਰੂ ਦੁਆਰਾ ਸਹਿਜ ਪ੍ਰਾਪਤ ਹੋਣਾ। ਇਸ ਲਈ ਬਾਣੀ ਵਿੱਚ ਇਹ ਪੱਖ ਵੀ ਬੜਾ ਸਪਸ਼ਟ ਕਰ ਦਿੱਤਾ ਹੋਇਆ ਕਿ ਕਰਮਾਂ ਨਾਲ, ਕਰਮ ਤੋਂ ਭਾਵ ਆ ਜਿਹੜੇ ਕਰਮ ਕਾਂਡ ਆ, ਅਸੀਂ ਰਸਮੀ ਧਰਮ ਤਰ੍ਹਾਂ ਦੇ ਕਰਦੇ ਹਾਂ, ਕਿ ਕਰਮੀ ਸਹਿਜ ਨਾ ਉਪਜੈ, ਕਿ ਕਰਮ ਕਾਂਡਾਂ ਨਾਲ ਭਾਵੇਂ ਜਿੰਨਾ ਮਨੁੱਖ ਮਰਜ਼ੀ ਕਰੀ ਜਾਵੇ, ਦਿਨ ਰਾਤ ਕਰੀ ਜਾਏ, ਪਰ ਕਰਮਾਂ ਨਾਲ, ਰਸਮੀ ਧਰਮ ਕਰਮ ਨਾਲ ਸਹਿਜ ਨਹੀਂ ਉਪਜਦਾ। ਠੀਕ। ਸਹਿਜ ਜਿਹੜਾ ਇਹ ਬਾਣੀ ਨੂੰ, ਗੁਰੂ ਦੇ ਉਪਦੇਸ਼ ਨੂੰ ਸਮਝ ਕੇ ਉਸ ਨੂੰ ਅਪਣਾਉਣ ਨਾਲ ਹੀ ਉਪਜਦਾ। ਔਰ ਦੂਜੀ ਗੱਲ ਆ ਕਿ ਇਹ ਜਿਹੜਾ ਸਹਿਜ ਆ, ਇਹ ਮਨ ਸਹਿਜ ਪਿਆ, ਇਹ ਮਨ ਵਿੱਚ ਪੈਦਾ ਹੋਇਆ। ਮਨ ਦੀ ਇੱਕ ਸਾਡੀ ਇੱਕ ਖਾਸ ਸਮਝ, ਸੋਝੀ, ਅਨੁਭਵ, ਅਵਸਥਾ, ਇਹਦੇ ਵਿੱਚ ਸਾਡੇ ਵਿੱਚ ਜਾਗਰਤੀ ਆਉਣਾ, ਅਵੇਅਰਨੈਸ ਦਾ ਪੈਦਾ ਹੋਣਾ, ਸਾਨੂੰ ਅਮਲੀ ਰੂਪ ਵਿੱਚ ਉਸ ਸੱਚ ਨੂੰ ਅਪਣਾਉਣਾ, ਜਿਸ ਦੁਆਰਾ ਗੁਰੂ ਸਾਹਿਬ ਕਹਿੰਦੇ ਆ ਕਿ ਜਿਹੜੀ ਇਹ ਅਵਸਥਾ ਆਤਮ ਗਿਆਨ ਦੀ, ਆਤਮਕ ਅਡੋਲਤਾ ਦੀ, ਇਹ ਚੌਥੀ ਲਾਮ ਆ, ਹਰ ਪਾਇਆ। ਔਰ ਇਹ ਜਿਹੜੀ ਅਵਸਥਾ ਮਨ ਦੀ, ਇਹ ਅਡੋਲਤਾ, ਇਹ ਆਤਮ ਗਿਆਨ,
ਅਸਲ ਵਿੱਚ ਇਹ ਹੋਣਾ ਹੀ ਰੱਬ ਨੂੰ ਪਾਉਣਾ, ਰੱਬ ਨਾਲ ਜੁੜਨਾ, ਰੱਬ ਨਾਲ ਇਕਮਿਕ ਹੋਣਾ। ਠੀਕ। ਦੂਜੀ ਪੰਕਤੀ ਵਿੱਚ ਫਰਮਾਉਂਦੇ ਆ ਕਿ ਗੁਰਮੁਖ ਮਿਲਿਆ ਸੁਭਾਏ, ਹਰ ਮਨ ਤਨ ਮੀਠਾ ਲਾਇਆ ਬਲਰਾਮ ਜੀਓ। ਗੁਰਮੁਖ ਤੋਂ ਇੱਥੇ ਭਾਵ ਆ ਗੁਰੂ ਦੁਆਰਾ, ਗੁਰੂ ਰਾਹੀਂ। ਜਿਵੇਂ ਆ ਪਹਿਲਾਂ ਜ਼ਿਕਰ ਕੀਤਾ ਕਿ ਜਿਹੜਾ ਸਹਿਜ ਆ ਇਹ ਗੁਰੂ ਦੁਆਰਾ ਹੀ ਸਾਨੂੰ ਨਸੀਬ ਹੁੰਦਾ। ਤੋ ਇੱਥੇ ਮਹਾਰਾਜ ਨੂੰ ਹੋਰ ਸਪਸ਼ਟ ਕਰ ਰਹੇ ਆ ਕਿ ਗੁਰੂ ਦੁਆਰਾ, ਗੁਰੂ ਰਾਹੀਂ, ਭਾਵ ਗੁਰੂ ਦੀ ਦਸੀ ਜੀਵਨ ਜੁਗਤ ਨੂੰ ਅਪਣਾਉਣ ਨਾਲ, ਉਹਦੇ ਪਿਆਰ ਵਿੱਚ, ਸੁਭਾਏ ਦਾ ਅਰਥ ਆ ਪਿਆਰ ਨਾਲ, ਆਤਮਿਕ ਅਡੋਲਤਾ ਵਿੱਚ ਟਿਕ ਕੇ, ਪ੍ਰਭੂ ਪਿਆਰ ਵਿੱਚ ਟਿਕ ਕੇ, ਪ੍ਰਭੂ ਪਿਆਰ, ਪ੍ਰਭੂ ਦੇ ਗੁਣ, ਪ੍ਰਭੂ ਦੀਆਂ ਵਡਿਆਈਆਂ, ਪ੍ਰਭੂ ਦੀਆਂ ਸਿਫਤਾਂ, ਜਿਨ੍ਹਾਂ ਨੇ ਇਹ ਉਦਮ ਕੀਤਾ ਉਹਨਾਂ ਨੂੰ ਪ੍ਰਭੂ ਮਿਲਿਆ, ਉਹਨਾਂ ਨੇ ਪ੍ਰਭੂ ਨਾਲ ਜੁੜਨਾ ਉਹਨਾਂ ਨੂੰ ਨਸੀਬ ਹੋਇਆ। ਇਸ ਪਾਸੇ ਵੱਲ ਉਹਨਾਂ ਨੇ ਕਦੋਂ ਪੁੱਟਿਆ, ਔਰ ਫਿਰ ਇਸ ਦਾ ਜਿਹੜਾ ਸਿੱਟਾ ਨਿਕਲਦਾ, ਹਰ ਮਨ ਤਨ ਮੀਠਾ ਲਾਇਆ ਬਲਰਾਮ ਜੀਓ, ਕਿ ਪ੍ਰਭੂ ਫਿਰ ਪਿਆਰਾ ਲੱਗਦਾ, ਮਿੱਠਾ ਲੱਗਦਾ। ਮਨ ਅਤੇ ਤਨ ਦੋਵਾਂ ਵਿੱਚ ਪ੍ਰਭੂ ਮਿੱਠਾ ਲੱਗਣ ਲੱਗ ਪੈਂਦਾ। ਪ੍ਰਭੂ ਮਿੱਠਾ ਲੱਗਣ ਤੋਂ ਭਾਵ ਪ੍ਰਭੂ ਦੇ ਗੁਣ, ਪ੍ਰਭੂ ਦੀਆਂ ਵਡਿਆਈਆਂ, ਪ੍ਰਭੂ ਦੀਆਂ ਸਿਫਤਾਂ, ਜਾਈ ਜਾ ਕੇ ਇਹ ਜਿਹੜੇ ਰੱਬੀ ਗੁਣ ਆ ਉਹ ਸਾਨੂੰ ਚੰਗੇ ਲੱਗਣੇ, ਭਾ ਜਾਣੇ। ਅਸੀਂ ਕਿਸੇ ਮਜਬੂਰੀ ਵਸ ਨਹੀਂ, ਕਿਸੇ ਲਾਲਚ ਕਾਰਨ ਨਹੀਂ ਜਾਂ ਡਰ ਕਾਰਨ ਨਹੀਂ, ਬਲਕਿ ਸੁਭਾਵਿਕ ਹੀ ਇਹਨਾਂ ਗੁਣਾਂ ਨੂੰ ਗੁਰੂ ਕੋਲੋਂ ਸਿੱਖ ਸਮਝ ਕੇ ਇਹਨਾਂ ਗੁਣਾਂ ਨੂੰ ਦਾ ਪ੍ਰਗਟਾਵਾ ਕਰਨਾ, ਪ੍ਰੈਕਟਿਸ ਕਰਨਾ, ਇਹਨਾਂ ਗੁਣਾਂ ਦਾ ਸਾਡੇ ਵਿਵਹਾਰ ਵਿੱਚ ਪ੍ਰਗਟ ਹੋਣਾ, ਇਹ ਸਾਡੇ ਮਨ ਤਨ ਵਿੱਚ ਪ੍ਰਭੂ ਮਿੱਠਾ ਲੱਗਣਾ। ਮਨ ਤਨ ਦਾ ਭਾਵ ਸਰੀਰ ਅਤੇ ਮਨ ਤੋਂ ਆ, ਭਾਵ ਮਨ ਵਿੱਚ ਤਾਂ ਪਿਆਰਾ ਲੱਗ ਹੀ ਰਿਹਾ, ਪਰ ਜੇਕਰ ਇਸ ਦਾ ਤਨ ਰਾਹੀਂ ਪ੍ਰਗਟਾਵਾ ਨਹੀਂ ਹੋ ਰਿਹਾ ਤਾਂ ਫਿਰ ਮਨ ਵਿੱਚ ਮਿੱਠਾ ਲੱਗਣ ਤੱਕ ਸੀਮਤ ਰਹਿਣਾ, ਅਸੀਂ ਆਪਣੇ ਆਪ ਦਾ ਲਾਭ ਉਠਾਵਾਂਗੇ, ਪਰ ਉਹ ਜੋ ਆਪ ਜਪੈ ਅਵਰਾ ਨਾਮ ਜਪਾਵੈ ਵਾਲੀ ਜਿਹੜੀ ਜੀਵਨ ਜੁਗਤਾ, ਅਸੀਂ ਉਸ ਤੋਂ ਵਾਂਝੇ ਰਵਾਂਗੇ। ਤੋ ਇਸ ਲਈ ਸਾਡਾ ਮਨ ਵਿੱਚ ਪਿਆਰਾ ਲੱਗਣ ਦੇ ਨਾਲ ਨਾਲ ਸਾਡੇ ਵਿਵਹਾਰ ਵਿੱਚ, ਸਾਡੇ ਜਿਹੜੇ ਇੰਦਰੇ ਆ, ਗਿਆਨ ਇੰਦਰੇ, ਕਰਮ ਇੰਦਰੇ, ਇਹਨਾਂ ਰਾਹੀਂ ਇਹਨਾਂ ਦਾ ਉਸੇ ਰੂਪ ਵਿੱਚ ਪ੍ਰਗਟਾਵਾ ਹੋਣਾ, ਔਰ ਇਹ ਸੁਭਾਵਿਕ ਕਿਰਿਆ, ਕੋਈ ਉਚੇਚ ਨਹੀਂ। ਤੋ ਇਹ ਜੋ ਆਖਿਆ ਕਿ ਉਸ ਪ੍ਰਭੂ ਦਾ ਮਨ ਤਨ ਮੀਠਾ ਲਾਇਆ ਬਲਰਾਮ ਜੀਓ। ਫਿਰ ਫਰਮਾਉਂਦੇ ਆ, ਹਰ ਮੀਠਾ ਲਾਇਆ ਮੇਰੇ ਪ੍ਰਭ ਭਾਇਆ, ਅਨ ਦਿਨ ਹਰ ਲਿਵ ਲਾਈ। ਕਿ ਹਾਂ, ਜਦੋਂ ਪ੍ਰਭੂ ਮਿੱਠਾ ਲੱਗਾ, ਪ੍ਰਭੂ ਦੇ ਗੁਣ ਚੰਗੇ ਲੱਗੇ, ਪਿਆਰੇ ਲੱਗੇ, ਮਨ ਨੂੰ ਭਾ ਗਏ, ਤਾਂ ਫਿਰ ਮੇਰਾ ਜਿਹੜਾ ਪ੍ਰਭੂ ਆ, ਅਕਾਲ ਪੁਰਖ ਆ, ਉਹਨੂੰ ਵੀ ਇਹੋ ਜਿਹੇ ਵਿਅਕਤੀ ਚੰਗੇ ਲੱਗਦੇ ਆ, ਉਹ ਪ੍ਰਭੂ ਨੂੰ ਭਾ ਗਏ, ਪਿਆਰੇ ਲੱਗੇ। ਮੇਰੇ ਪ੍ਰਭ ਭਾਇਆ, ਮੇਰੇ ਪ੍ਰਭੂ ਨੂੰ ਉਹ ਤਿਆਰੇ। ਜਦੋਂ ਸਤਿਗੁਰੂ ਜੀ ਰੱਬ ਲਈ ਮੇਰੇ, ਸਾਡਾ ਇਤਿਆਦਿਕ ਇਹ ਸ਼ਬਦ ਵਰਤਦੇ ਆ, ਤਾਂ ਇਹਨਾਂ ਦਾ ਭਾਵ ਜਿਵੇਂ ਬਹੁਤ ਸਾਰੇ ਧਰਮਾਂ ਵਿੱਚ ਰੱਬ ਬਾਰੇ ਜੋ ਸੰਕਲਪ ਆ ਕਿ ਉਹ ਸ਼ਬਦ ਵਰਤਦੇ ਆ ਕਿ ਸਾਡਾ, ਮੇਰਾ, ਤਾਂ ਉਹਦਾ ਭਾਵ ਗੁਰਬਾਣੀ ਵਿੱਚ ਘੱਟੋ ਘੱਟ ਉਹ ਨਹੀਂ ਲਿਆ ਗਿਆ ਜੋ ਆਮ ਤੌਰ ਤੇ ਐਸਾ ਆਖਣ ਬਾਰੇ, ਪ੍ਰਭੂ ਬਾਰੇ ਚਰਚਾ ਕਰਨ ਵਾਲੇ ਇਹਨਾਂ ਸ਼ਬਦਾਂ ਦੀ ਵਰਤੋਂ ਕਰਦੇ ਹੋਇਆਂ ਪ੍ਰਗਟਾਵਾ ਕਰਦੇ ਆ। ਗੁਰੂ ਸਾਹਿਬ ਅਨੁਸਾਰ ਰੱਬ ਜਿਹਨੂੰ ਮੈਂ ਕਹਿੰਦਾ ਮੇਰਾ ਜਾਂ ਸਾਡਾ, ਉਹ ਸਾਰਿਆਂ ਦਾ ਉਹੀ ਆ, ਉਹ ਮੇਰਾ ਹੀ ਨਹੀਂ, ਸਾਰਿਆਂ ਦਾ ਉਹੀ ਆ। ਇਸ ਲਈ ਗੁਰਬਾਣੀ ਵਿੱਚ ਜਿਹੜੇ ਲੋਕ ਰੱਬ ਬਾਰੇ ਇਹ ਦਾਅਵਾ ਕਰਦੇ ਆ ਕਿ ਰੱਬ ਕੇਵਲ ਸਾਡਾ ਹੀ ਆ, ਜਿਸ ਅਨੁਸਾਰ, ਜਿਸ ਤਰ੍ਹਾਂ ਨਾਲ ਅਸੀਂ ਉਹਨੂੰ ਚੇਤੇ ਕਰਦੇ ਹਾਂ, ਜਿਸ ਨਾਂ ਨਾਲ ਅਸੀਂ ਪੁਕਾਰਦੇ ਹਾਂ, ਰੱਬ ਦਾ ਕੇਵਲ ਉਹੀ ਨਾਂ, ਉਸੇ ਰਾਹੀਂ, ਉਸੇ ਨਾਂ ਲੈ ਕੇ ਹੀ ਉਸ ਤੱਕ ਅਪੜਿਆ ਜਾ ਸਕਦਾ, ਜਾਂ ਹੋਰ ਇਹੋ ਜਿਹੀਆਂ ਧਾਰਨਾ ਅਪਣਾਉਂਦੇ ਆ। ਗੁਰਬਾਣੀ ਵਿੱਚ ਉਹਨਾਂ ਨੂੰ ਸਿਆਣੇ ਨਹੀਂ ਆਖਿਆ। ਤਾਂਹੀਓ ਭਗਤ ਰਵਿਦਾਸ ਜੀ ਦਾ ਇੱਕ ਪਾਵਨ ਸ਼ਬਦ ਆ ਜਿਹਦੇ ਵਿੱਚ ਉਹ ਕਹਿੰਦੇ ਆ, ਆਪਨ ਬਾਪੈ ਨਾਹੀ ਕਿਸੀ ਕੋ, ਭਾਵਨ ਕੋ ਹਰ ਰਾਜਾ। ਇਹਦਾ ਭਾਵ ਆ ਕਿ ਰੱਬ ਕਿਸੇ ਦੇ ਪਿਓ ਦੀ ਜਾਇਦਾਦ ਨਹੀਂ,
ਕਿ ਜਿਵੇਂ ਅਸੀਂ ਆਪਣੀ ਪਿਓ ਦਾਦੇ ਦੀ ਪ੍ਰਾਪਰਟੀ ਉੱਤੇ, ਜਾਇਦਾਦ ਉੱਤੇ ਅਸੀਂ ਹੱਕ ਜਮਾਉਂਦੇ ਹਾਂ, ਦਾਅਵਾ ਕਰਦੇ ਹਾਂ ਕਿ ਇਹ ਸਾਡੀ ਆ, ਇਹ ਮੇਰੀ ਆ, ਤੇ ਜਿਹੜੇ ਰੱਬ ਬਾਰੇ ਵੀ ਇਹ ਕਲੇਮ ਕਰਦੇ ਆ, ਦਾਅਵਾ ਕਰਦੇ ਆ, ਗੁਰਬਾਣੀ ਨੇ ਉਹਨਾਂ ਨੂੰ ਮਹਾ ਮੂਰਖ ਆਖਿਆ, ਦਾਨੇ ਸਿਆਣੇ ਨਹੀਂ ਆਖਿਆ। ਤੋ ਜਦੋਂ ਇੱਥੇ ਮਹਾਰਾਜ ਜਾਂ ਗੁਰਬਾਣੀ ਵਿੱਚ ਜਿੱਥੇ ਕਿਤੇ ਵੀ ਇਹ ਸ਼ਬਦ ਵਰਤੇ ਗਏ ਆ, ਤਾਂ ਭਾਵ ਇੰਨਾ ਹੀ ਆ ਕਿ ਜਿਨ੍ਹਾਂ ਨੇ ਸੱਚਮੁੱਚ ਉਹਨੂੰ ਆਪਣਾ ਸਮਝ ਲਿਆ ਹੈ, ਤਾਂ ਉਹ ਸਾਰਿਆਂ ਦਾ, ਪਰ ਹਰ ਮਨੁੱਖ ਨੂੰ ਆਪਣਾ ਨਹੀਂ ਸਮਝਦਾ, ਉਹਦੇ ਨਾਲ ਆਪਣਾ ਰਿਸ਼ਤਾ ਨਹੀਂ ਜੋੜਦਾ, ਉਹਨੂੰ ਆਪਣਾ ਮਿੱਤਰ ਨਹੀਂ ਸਮਝਦਾ। ਤੋ ਮੇਰੇ ਪ੍ਰਭ ਪਾਇਆ, ਮੇਰੇ ਸ਼ਬਦ ਇਥੇ ਇਸ ਸੱਚ ਦਾ ਹੀ ਲਖਾਇਕਾ। ਤੋ ਦੂਜੀ ਗੱਲ ਜਿਹੜੀ ਮਹਾਰਾਜ ਕਹਿੰਦੇ ਆ ਪ੍ਰਭ ਪਾਇਆ, ਕਿ ਪ੍ਰਭੂ ਨੂੰ ਚੰਗੇ ਲੱਗਦੇ ਆ, ਭਾਉਂਦੇ ਆ। ਤੋ ਇਹਦਾ ਜਿਹੜੀ ਗੁਰਬਾਣੀ ਦੀ ਟਰਮੀਨੋਲੋਜੀ ਆ, ਸ਼ਬਦਾਵਲੀ ਆ, ਪਰਿਭਾਸ਼ਿਕ ਸ਼ਬਦਾਵਲੀ ਖਾਸ ਤੌਰ ਤੇ ਉਹ ਸਮਝਣ ਯੋਗ ਆ ਕਿ ਜਦੋਂ ਮਹਾਰਾਜ ਰੱਬ ਬਾਰੇ ਕਹਿੰਦੇ ਆ ਕਿ ਰੱਬ ਨੂੰ ਉਹ ਚੰਗੇ ਲੱਗਦੇ ਆ, ਤਾਂ ਇਹਦਾ ਭਾਵ ਜਦੋਂ ਅਸੀਂ ਆਮ ਤੌਰ ਤੇ ਸ਼ਬਦ ਵਰਤਦੇ ਹਾਂ ਕਿ ਮੈਨੂੰ ਉਹ ਵਿਅਕਤੀ ਚੰਗਾ ਲੱਗਦਾ ਜਾਂ ਉਹ ਚੰਗੇ ਲੱਗਦੇ ਆ, ਤਾਂ ਰੱਬ ਬਾਰੇ ਜਦੋਂ ਇਹ ਸ਼ਬਦ ਵਰਤੇ ਗਏ ਆ ਤਾਂ ਉਹਨਾਂ ਦਾ ਭਾਵ ਐਸਾ ਨਹੀਂ ਕਿ ਰੱਬ ਨੂੰ ਕੋਈ ਚੰਗੇ ਮਾੜੇ ਲੱਗਦੇ ਆ, ਕੋਈ ਚੰਗੇ ਲੱਗਦੇ ਆ, ਕੋਈ ਉਹਨੂੰ ਪਿਆਰੇ ਲੱਗਦੇ ਆ, ਕਈਆਂ ਨੂੰ ਨਫ਼ਰਤ ਕਰਦਾ, ਨਹੀਂ। ਰੱਬ ਸਾਰਿਆਂ ਵਿੱਚ ਆ ਔਰ ਰੱਬ ਦੀਆਂ ਨਜ਼ਰਾਂ ਵਿੱਚ ਸਾਰੇ ਇੱਕੋ ਜਿਹੇ ਆ। ਪਰ ਹਾਂ, ਜਦੋਂ ਕੋਈ ਮਨੁੱਖ ਸੱਚਮੁੱਚ ਇਨਸਾਨੀਅਤ ਦਾ ਪ੍ਰਗਟਾਵਾ ਕਰਦਾ, ਜਿਹਦੇ ਅੰਦਰ ਦੈਵੀ ਗੁਣ ਆ, ਤਾਂ ਇਹਨੂੰ ਬਾਣੀ ਦੀ ਸ਼ਬਦਾਵਲੀ 'ਚ ਆਖਿਆ ਕਿ ਜਿਨ੍ਹਾਂ ਮਨੁੱਖਾਂ ਪਾਸ ਇਹੋ ਜਿਹੇ ਗੁਣ ਆ, ਇਹੋ ਜਿਹੇ ਆਚਰਨ ਦੇ ਮਾਲਕ ਆ, ਉਹ ਰੱਬ ਨੂੰ ਪਿਆਰੇ ਲੱਗਦੇ ਆ। ਅਸੀਂ ਬਾਣੀ ਵਿੱਚ ਵਰਤੇ ਗਏ ਜਿਹੜੇ ਸ਼ਬਦ ਆ, ਇਹਨਾਂ ਨੂੰ ਅਸੀਂ ਇਸ ਭਾਵ ਵਿੱਚ ਲੈ ਕੇ ਸਮਝਣਾ। ਤੋ ਮੇਰੇ ਪ੍ਰਭ ਪਾਇਆ, ਭਾਵਾ ਐਸੇ ਮਨੁੱਖ ਸਹੀ ਹੱਥਾਂ ਵਿੱਚ ਜੀਵਨ ਦੇ ਆਦਰਸ਼ ਨੂੰ, ਜੀਵਨ ਦੇ ਉਦੇਸ਼ ਨੂੰ ਉਹਨਾਂ ਨੇ ਸਮਝਿਆ, ਸਮਝਣ ਕਰਕੇ ਹੀ ਉਹਨਾਂ ਦਾ ਆਉਣਾ ਸਫਲ ਆ। ਉਹਨਾਂ ਦੀ ਗਿਣਤੀ ਜਿਹੜੀ ਆ ਉਹ ਸਨਮੁਖਾਂ ਵਿੱਚ ਆ। ਔਰ ਫਿਰ ਅੱਗੇ ਨਾਲ ਮਹਾਰਾਜ ਕਹਿੰਦੇ ਆ, ਅਨ ਦਿਨ ਹਰ ਲਿਵ ਲਾਈ। ਅਨ ਦਿਨ ਦਰਤਾ ਹਰ ਰੋਜ਼, ਭਾਵ ਹਰ ਸਮੇਂ, ਹਰ ਚਿੰਨ, ਹਰ ਪਲ ਉਹਨਾਂ ਦੀ ਜਿਹੜੀ ਲਿਵ ਆ, ਸੁਰਤੀ ਆ, ਉਹ ਪ੍ਰਭੂ ਚਰਨਾਂ ਵਿੱਚ ਜੁੜੀ ਰਹਿੰਦੀ ਆ। ਪ੍ਰਭੂ ਚਰਨਾਂ ਵਿੱਚ ਸੁਰਤ ਜੁੜੀ ਰਹਿਣ ਤੋਂ ਭਾਵ ਕਿ ਹਰ ਸਮੇਂ ਉਹ ਜਿਹੜੇ ਗੁਣ ਆ, ਜਿਹੜੇ ਉਹਨਾਂ ਨੂੰ ਪਿਆਰੇ ਲੱਗਦੇ ਆ, ਮਿੱਠੇ ਲੱਗਦੇ ਆ, ਭਾਉਂਦੇ ਆ, ਇਹ ਗੁਣ ਹਮੇਸ਼ਾ ਉਹ ਅਪਣਾਈ ਰੱਖਦੇ ਆ। ਭਾਵੇਂ ਉਹ ਕਿਸੇ ਵੀ ਖੇਤਰ ਵਿੱਚ ਵਿਚਰ ਰਹੇ ਆ, ਜਿੱਥੇ ਵੀ ਆ, ਹਰ ਸਮੇਂ, ਹਰ ਚਿੰਨ, ਹਰ ਪਲ ਉਹ ਇਹਨਾਂ ਗੁਣਾਂ ਨੂੰ, ਇਹਨਾਂ ਚੰਗਿਆਈਆਂ ਨੂੰ ਅਪਣਾਈ ਰੱਖਦੇ ਆ। ਔਰ ਇਹ ਸੁਭਾਵਕ ਉਹਨਾਂ ਅੰਦਰ ਇਹ ਜਿਹੜੀ ਇਨਸਾਨੀਅਤ ਆ, ਇਹ ਫੁੱਟ ਪੈਂਦੀ ਆ। ਉਹਨਾਂ ਨੂੰ ਕੋਈ ਉਚੇਚ ਨਹੀਂ ਕਰਨੀ ਪੈਂਦੀ। ਕਿਸੇ ਵੀ ਪਰਿਸਥਿਤੀ ਵਿੱਚ ਉਹ ਇਸ ਤੋਂ ਮੂੰਹ ਨਹੀਂ ਮੋੜਦੇ। ਤੋ ਹਰ ਅਨਦਿਨ ਹਰ ਲਿਵ ਲਾਈ ਦਾ ਇਹ ਭਾਵ ਨਹੀਂ ਕਿ ਉਹ ਸਮਾਜ ਨਾਲੋਂ ਅਲੱਗ ਥਲੱਗ ਹੋ ਕੇ ਕਿਤੇ ਇੱਕ ਨੁਕਰੇ ਬਹਿ ਜਾਂਦੇ ਆ ਔਰ ਰੱਬ ਕਰਨ ਲੱਗ ਪੈਂਦੇ ਆ। ਨਹੀਂ, ਭਾਵ ਉਹ ਰੱਬ ਨੂੰ ਹਮੇਸ਼ਾ ਆਪਣੇ ਅੰਗ ਸੰਗ ਸਮਝ ਇਹਨਾਂ ਰੱਬੀ ਗੁਣਾਂ ਦੀ ਹਮੇਸ਼ਾ ਹੀ ਉਹ ਪ੍ਰੈਕਟਿਸ ਕਰਦੇ ਆ। ਭਾਵ ਹਰ ਸਮੇਂ ਹੀ ਗੁਰਮੁਖ ਆ, ਹਰ ਪ੍ਰਸਥਿਤੀ ਵਿੱਚ ਉਹ ਗੁਰਮੁਖ ਆ। ਉਹ ਦਿਨੇ ਵੀ ਰਾਤ ਵੀ, ਸਫ਼ਰ ਕਰਦਿਆਂ ਵੀ, ਦੁਕਾਨ ਦੇ ਵੀ, ਬਿਜ਼ਨਸ ਕਰਦਿਆਂ ਵੀ, ਗੱਲ ਕੀ ਕਿ ਹਰ ਪ੍ਰਸਥਿਤੀ ਵਿੱਚ ਉਹਨਾਂ ਅੰਦਰ ਇਹ ਚੰਗਿਆਈ ਮੌਜੂਦ ਰਹਿੰਦੀ ਆ ਔਰ ਹਮੇਸ਼ਾ ਉਹ ਚੰਗੇ ਹੀ ਰਹਿੰਦੇ ਆ, ਗੁਰਮੁਖ ਹੀ ਰਹਿੰਦੇ ਆ। ਤੋ ਫਿਰ ਜਦੋਂ ਅੱਗੇ ਮਹਾਰਾਜ ਫਰਮਾਉਂਦੇ ਆ, ਮਨ ਚਿੰਦਿਆ ਫਲ ਪਾਇਆ ਸੁਆਮੀ, ਹਰ ਨਾਮ ਵਜੀ ਵਾਧਾਈ। ਮਨ ਚਿੰਦਿਆ ਦਾ ਅਰਥ ਆ ਮਨ ਇੱਛਤ, ਮਨ ਪਾਉਂਦਾ। ਮਨ ਚਿੰਦਿਆ ਫਲ ਪਾਇਆ ਸੁਆਮੀ, ਉਹਨਾਂ ਵਿਅਕਤੀਆਂ ਜਿਨ੍ਹਾਂ ਨੂੰ ਪ੍ਰਭੂ ਪਿਆਰਾ ਲੱਗਾ, ਜਿਨ੍ਹਾਂ ਦੀ ਅਣਦਿਨ ਹਰ ਰੋਜ਼ ਪ੍ਰਭੂ ਨਾਲ ਲਿਵ ਲੱਗੀ ਰਹਿੰਦੀ ਆ, ਜਿਨ੍ਹਾਂ ਨੂੰ ਇਹ ਸਹਿਜ ਨਸੀਬ ਹੋਇਆ, ਉਹਨਾਂ ਨੇ ਮਨ ਇੱਛਤ ਫਲ ਪਾ ਲਿਆ। ਮਨ ਇੱਛਤ ਫਲ ਤੋਂ ਭਾਵ ਜੋ ਵਿਸ਼ਾ ਚੱਲ ਰਿਹਾ ਇਹਦੇ ਵਿੱਚ ਕਿ ਹਰ ਪ੍ਰਭ ਨੂੰ ਮਿਲਣ ਦਾ, ਕਿਉਂਕਿ ਜਿਹੜਾ ਅਲੰਕਾਰ ਵਰਤੇ ਆ, ਅਲੰਕਾਰ ਵਿੱਚ ਭਾਸ਼ਾ ਦੀ ਵਰਤੋਂ ਕਰਦੇ ਆ, ਜਿਹੜੀ ਗੱਲ ਸਮਝਾਈ ਜਾ ਰਹੀ ਆ ਕਿ ਪ੍ਰਭੂ ਨਾਲ ਵਿਆਹ ਹੋ ਰਿਹਾ ਜਿਵੇਂ ਇਸਤਰੀ ਦਾ, ਔਰ ਜਿਹੜਾ ਜਿਵੇਂ ਸਧਾਰਨ ਇਸਤਰੀ ਦਾ ਜਿਹੜਾ ਉਸ ਸਮੇਂ ਵਿਆਹ ਸਮੇਂ ਉਹਦੀ ਇੱਛਾ ਵਰ ਦੀ ਪ੍ਰਾਪਤੀ ਦੀ, ਤੋ ਇਸੇ ਤਰ੍ਹਾਂ ਜਿਹੜੀ ਜੀਵ ਇਸਤਰੀ ਆ, ਇਹਦੇ ਮਨ ਇੱਛਤ ਦੇ ਫਲ ਤੋਂ ਭਾਵ ਆ ਕਿ ਪ੍ਰਭੂ ਨਾਲ ਮਿਲਾਪ ਹੋਣਾ, ਪ੍ਰਭੂ ਨਾਲ ਜੁੜਨਾ। ਇਹ ਜੋ ਇੱਛਾ ਸੀ
ਕਿ ਮੇਰਾ ਰੱਬ ਨਾਲ ਮਿਲਾਪ ਹੋਵੇ, ਮੈਂ ਰੱਬੀ ਗੁਣਾਂ ਨੂੰ ਧਾਰਨ ਕਰ ਇਹਨਾਂ ਗੁਣਾਂ ਦੀ ਆਪਣੀ ਜ਼ਿੰਦਗੀ ਵਿੱਚ, ਜੀਵਨ ਵਿੱਚ ਪ੍ਰੈਕਟਿਸ ਕਰ ਸਕਾਂ। ਮੇਰੇ ਵਿਵਹਾਰ ਵਿੱਚ ਇਹ ਗੁਣ ਹਮੇਸ਼ਾ ਪ੍ਰਗਟ ਹੋਣ, ਜ਼ਾਹਰ ਹੋਣ, ਮੇਰੇ ਮਨ ਤਨ ਵਿੱਚ ਇਹ ਪਿਆਰਾ ਲੱਗੇ। ਤਾਂ ਇਹ ਜਿਹੜਾ ਮਨ ਇੱਛਤ ਫਲ ਸੀਗਾ, ਇਹ ਪਾ ਲਿਆ। ਹਰ ਨਾਮ ਵਜੀ ਵਾਧਾਈ। ਔਰ ਇਸੇ ਸਦਕਾ, ਇਸ ਜੀਵਨ ਸਦਕਾ, ਇਹੋ ਜਿਹੇ ਜੀਵਨ ਜਿਉਣ ਦੀ ਬਦੌਲਤ ਵਜੀ ਵਧਾਈ ਤੋਂ ਭਾਵ ਆ ਚੜ੍ਹਦੀ ਕਲਾ। ਵਜੀ ਵਧਾਈ ਸਾਡੇ ਮਨ ਦੀ ਇੱਕ ਅਵਸਥਾ, ਸਾਡੇ ਮਨ ਦੀ ਇੱਕ ਅਜਿਹੀ ਦਸ਼ਾ ਜਿੱਥੇ ਕਦੀ ਵੀ ਢਹਿੰਦੀ ਕਲਾ ਨਹੀਂ ਆਉਂਦੀ। ਭਾਵੇਂ ਕੈਸੀ ਵੀ ਪ੍ਰਸਥਿਤੀ ਆ, ਹਰ ਤਰ੍ਹਾਂ ਦੀ ਪ੍ਰਸਥਿਤੀ ਵਿੱਚ ਇਹ ਮਨ ਦੀ ਜਿਹੜੀ ਚੜ੍ਹਦੀ ਕਲਾ, ਇਹ ਹਮੇਸ਼ਾ ਬਣੀ ਰਹਿੰਦੀ ਆ, ਬਰਕਰਾਰ ਰਹਿੰਦੀ ਆ। ਪਰ ਨਾਲ ਸਪਸ਼ਟ ਕਰ ਦਿੱਤਾ ਕਿ ਜਿਹੜੀ ਇਹ ਚੜ੍ਹਦੀ ਕਲਾ, ਇਹ ਕਿਹਦੀ ਬਦੌਲਤ ਆ? ਹਰ ਨਾਮ ਦੁਆਰਾ। ਇੱਥੇ ਨਾਮ ਦੇ ਮੰਮੀ ਨੂੰ ਸਿਹਾਰੀ ਆ, ਜਿਹਦਾ ਭਾਵ ਆ ਕਿ ਨਾਮ ਦੀ ਰਾਹੀਂ, ਨਾਮ ਦੁਆਰਾ। ਤੋ ਨਾਮ ਕੀ? ਰੱਬੀ ਗੁਣ, ਰੱਬੀ ਸਿਫਤ ਸਲਾਹ। ਤੋ ਇਸ ਨਾਮ ਦੀ ਬਦੌਲਤ, ਇਸ ਦੀ ਬਰਕਤ ਨਾਲ, ਇਸ ਦੇ ਰਾਹੀਂ, ਇਸ ਨੂੰ ਅਪਣਾਉਣ ਨਾਲ ਮਨ ਜਿਹੜਾ ਇਹ ਚੜ੍ਹਦੀਆਂ ਕਲਾ ਵਿੱਚ ਵਿਚਰ ਰਿਹਾ। ਹੁਣ ਕਦੇ ਵੀ ਭਾਵੇਂ ਕੈਸੀਆਂ ਵੀ ਪ੍ਰਸਥਿਤੀਆਂ ਹੋਣ, ਕਬੀਰ ਸਾਹਿਬ ਜੀ ਦਾ ਇੱਕ ਸ਼ਬਦ ਆ ਨਾ ਕਿ ਮਨ ਨਾ ਡਿਗੈ ਤਨ ਕਾਹੇ ਕੋ ਡਰਾਏ, ਚਰਨ ਕਮਲ ਚਿਤ ਰਹਿਓ ਸਮਾਏ। ਜਦੋਂ ਉਹਨਾਂ ਦਾ ਵਿਰੋਧ ਕਰਨ ਵਾਲੇ ਉਹਨਾਂ ਦੇ ਰਸਤੇ ਵਿੱਚ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਖੜੀਆਂ ਕਰਦੇ ਆ, ਉਹ ਚਾਹੁੰਦੇ ਆ ਕਿ ਇਹਨਾਂ ਦੇ ਬੁੱਲ੍ਹਾਂ ਦੀ ਮੁਸਕਰਾਹਟ ਨੂੰ ਖੋਇਆ ਜਾਏ, ਪਰ ਉਹਨਾਂ ਨੂੰ ਸਫਲਤਾ ਨਹੀਂ ਮਿਲਦੀ। ਤੋ ਕਬੀਰ ਸਾਹਿਬ ਐਸੀ ਸਮੁੱਚੀ ਸ਼੍ਰੇਣੀ ਨੂੰ ਸੰਬੋਧਨ ਕਰਕੇ ਗੱਲ ਕਹਿੰਦੇ ਆ ਕਿ ਤਨ ਨੂੰ ਤਸੀਹੇ ਦੇਣ ਨਾਲ, ਸਤਾਉਣ ਨਾਲ, ਇਹੋ ਜਿਹੀਆਂ ਮੁਸ਼ਕਲਾਂ ਖੜੀਆਂ ਕਰਨ ਨਾਲ ਮਨੁੱਖ ਨੂੰ, ਮੇਰੇ ਵਰਗਿਆਂ ਨੂੰ ਡੁਲਾਇਆ ਨਹੀਂ ਜਾ ਸਕਦਾ, ਦੁਖੀ ਨਹੀਂ ਕੀਤਾ ਜਾ ਸਕਦਾ। ਜੇ ਮਨੁੱਖ ਦਾ ਮਨ ਅਡੋਲ ਆ ਤਾਂ ਦੁਨੀਆ ਦੀ ਕੋਈ ਤਾਕਤ ਮਨੁੱਖ ਨੂੰ ਮਾਨਸਿਕ ਤੌਰ ਤੇ ਦੁਖੀ ਨਹੀਂ ਕਰ ਸਕਦੀ। ਤੋ ਇਸ ਲਈ ਕਹਿੰਦੇ ਆ ਕਿ ਮਨ ਨਾ ਡਿਗੈ ਤਨ ਕਾਹੇ ਕੋ ਡਰਾਏ, ਚਰਨ ਕਮਲ ਚਿਤ ਰਹਿਓ ਸਮਾਏ। ਮੇਰਾ ਚਿੱਤ ਉਸ ਪ੍ਰਭੂ ਨਾਲ ਜੁੜਿਆ ਹੋਇਆ, ਜਿਹੜਾ ਆਨੰਦ ਦਾ ਦਾਤਾ ਸੋਮਾ। ਤੋ ਇਸ ਲਈ ਤੁਸੀਂ ਮੈਨੂੰ ਦੁਖੀ ਨਹੀਂ ਕਰ ਸਕਦੇ। ਆ ਮੁਸ਼ਕਲਾਂ ਮੇਰੇ ਇੱਕ ਰਸਤੇ ਖੜੀਆਂ ਕਰ ਸਕਦੇ ਹੋ, ਪਰ ਮੈਨੂੰ ਦੁਖੀ ਨਹੀਂ ਕਰ ਸਕਦੇ। ਇਸ ਲਈ ਸੁਖਮਨੀ ਦੀ ਪਹਿਲੀ ਅਸ਼ਟਪਦੀ ਵਿੱਚ ਜਦੋਂ ਗੁਰੂ ਸਾਹਿਬ ਸਿਮਰਨ ਦੀਆਂ ਬਰਕਤਾਂ ਦਰਸਾਉਂਦੇ ਆ, ਤਾਂ ਫਿਰ ਇੱਕ ਬਰਕਤ ਇਹ ਕਹਿੰਦੇ ਆ ਕਿ ਪ੍ਰਭ ਕੈ ਸਿਮਰਨ ਦੁੱਖ ਨਾ ਸੰਤਾਪੈ। ਕਿ ਪ੍ਰਭੂ ਦੇ ਸਿਮਰਨ ਨਾਲ, ਪ੍ਰਭੂ ਦੇ ਗੁਣਾਂ ਨੂੰ ਅਪਣਾਉਣ ਨਾਲ, ਰੱਬ ਨੂੰ ਚੇਤੇ ਕਰਨ ਨਾਲ ਕੀ ਹੋਊ ਕਿ ਦੁੱਖ ਤਾਂ ਆਉਣਗੇ, ਮੁਸ਼ਕਲਾਂ ਆਉਣਗੀਆਂ, ਕਠਿਨਾਈਆਂ ਆਉਣਗੀਆਂ, ਪਰ ਇਹ ਦੁੱਖ, ਇਹ ਮੁਸ਼ਕਲਾਂ, ਇਹ ਕਠਿਨਾਈਆਂ ਦੁਖੀ ਨਹੀਂ ਕਰ ਸਕਦੀਆਂ। ਦੁੱਖ ਨਾ ਸੰਤਾਪੈ, ਦੁੱਖ ਦੁਖੀ ਨਹੀਂ ਕਰ ਸਕਦਾ, ਕਿਉਂਕਿ ਇਹ ਸਾਡੇ ਤੇ ਨਿਰਭਰ ਆ ਕਿ ਅਸੀਂ ਉਸ ਨੂੰ ਕਿਸ ਰੂਪ ਵਿੱਚ ਲੈਨੇ ਆ। ਤੋ ਇਸ ਤੇ ਜਦੋਂ ਗੁਰੂ ਸਾਹਿਬ ਕਹਿੰਦੇ ਆ ਕਿ ਹਰ ਨਾਮ ਵਜੀ ਵਾਧਾਈ, ਕਿ ਜਿਹੜੀ ਚੜ੍ਹਦੀ ਕਲਾ ਇਹ ਨਾਮ ਦੀ ਬਦੌਲਤ ਆਉਂਦੀ ਆ। ਤੋ ਕਿਉਂਕਿ ਚੰਗੇ ਭਾਗੀ ਅਸੀਂ ਗੁਰੂ ਦੁਆਰਾ ਇਸ ਨਾਮ ਨੂੰ ਪਾਇਆ, ਰੱਬ ਨਾਲ ਜੁੜਨਾ ਸਾਨੂੰ ਨਸੀਬ ਹੋਇਆ, ਇਸ ਲਈ ਹੁਣ ਮਨ ਵਿੱਚ ਹਮੇਸ਼ਾ ਚੜ੍ਹਦੀ ਕਲਾ ਬਣੀ ਰਹਿੰਦੀ ਆ। ਕਿਸੇ ਵੀ ਪ੍ਰਸਥਿਤੀ ਵਿੱਚ ਮਨ ਢਹਿੰਦੀ ਕਲਾ ਦਾ ਸ਼ਿਕਾਰ ਨਹੀਂ ਹੁੰਦਾ। ਫਿਰ ਫਰਮਾਉਂਦੇ ਆ, ਹਰ ਪ੍ਰਭ ਠਾਕੁਰ ਕਾਜ ਰਚਾਇਆ, ਤਨ ਹਿਰਦੈ ਨਾਮ ਵਿਕਾਸੀ। ਜਨ ਨਾਨਕ ਬੋਲੇ ਚੌਥੀ ਲਾਵੈਂ, ਹਰ ਪਾਇਆ ਪ੍ਰਭ ਅਬਨਾਸ਼ੀ। ਹਰ ਪ੍ਰਭ ਠਾਕੁਰ, ਹਰੀ ਜੀ ਨੇ, ਪ੍ਰਭੂ ਜੀ ਨੇ, ਉਸ ਮਾਲਕ ਨੇ, ਠਾਕੁਰ ਨੇ ਕਾਜ ਰਚਾਇਆ। ਕਾਜ ਦਾ ਭਾਵ ਇੱਥੇ ਵਿਆਹ ਦਾ ਜਿਹੜਾ ਕਾਰਜ ਆ, ਇਹ ਪ੍ਰਭੂ ਨੇ ਹੀ ਰਚਾਇਆ। ਪ੍ਰਭੂ ਨੇ ਹੀ ਇਹ ਜਿਹੜੇ ਇਸ ਰੂਪ ਵਿੱਚ ਉਹਨੇ ਸਾਧਨ ਪੈਦਾ ਕੀਤੇ, ਆਪ ਹੀ ਉਹਨੇ ਇਹ ਉਦਮ ਸ਼ੁਰੂ ਕੀਤਾ, ਜਿਸ ਦੀ ਬਰਕਤ ਨਾਲ ਤਨ ਹਿਰਦੈ ਨਾਮ ਵਿਗਾਸੀ। ਧਨ ਤੋਂ ਇੱਥੇ ਪਾਵਾ ਇਸਤਰੀ, ਔਰ ਇਸਤਰੀ ਇੱਥੇ ਪ੍ਰਤੀਕ ਆ ਇਸਤਰੀ ਅਤੇ ਪੁਰਸ਼ ਦੋਵਾਂ ਦਾ, ਬਲਕਿ ਉਸ ਹਰ ਮਨੁੱਖ ਦਾ, ਚਾਹੇ ਉਸ ਦੀ ਪਰਿਭਾਸ਼ਾ ਇਸਤਰੀ ਆ, ਇਸਤਰੀ ਦੀ ਆ ਜਾਂ ਪੁਰਸ਼ ਦੀ ਆ, ਚਾਹੇ ਉਹ ਟ੍ਰਾਂਸਜੈਂਡਰ ਆ, ਕੋਈ ਵੀ ਜਿਹੜਾ ਇਨਸਾਨ ਆ, ਇੱਥੇ ਧਨ ਸ਼ਬਦ ਉਹਦਾ ਪ੍ਰਤੀਕ ਆ, ਉਹਦਾ ਲਖਾਇਕ ਆ। ਤੋ ਗੁਰੂ ਸਾਹਿਬ ਫਰਮਾਉਂਦੇ ਆ
ਕਿ ਜਦੋਂ ਪ੍ਰਭੂ ਨੇ ਇਹ ਕਾਜ ਰਚਾਇਆ ਤਾਂ ਜਿਹੜੀ ਜੀਵ ਇਸਤਰੀ ਆ ਇਹਦੇ ਹਿਰਦੇ ਵਿੱਚ ਇਸ ਨਾਮ ਦੀ ਬਦੌਲਤ ਵਿਕਾਸ ਪੈਦਾ ਹੋਇਆ, ਖੇੜਾ ਪੈਦਾ ਹੋਇਆ। ਇਸੇ ਛੰਦ ਜਿਹੜਾ ਹੈ ਜਿਹਨੂੰ ਆਪਾਂ ਲਾਵਾਂ ਦਾ ਛੰਦ ਕਹਿੰਦੇ ਆ, ਇਸ ਛੰਦ ਦੇ ਜਿਹੜਾ ਅਗਲਾ ਛੰਦ ਆ ਉਹ ਵੀ ਗੁਰੂ ਰਾਮਦਾਸ ਜੀ ਦਾ। ਇਹ ਛੰਦ ਦੇ ਜਿਹੜਾ ਅਖੀਰਲਾ ਪਦ ਆ ਉਹਦੇ ਵਿੱਚ ਗੁਰੂ ਸਾਹਿਬ ਨੇ ਫਿਰ ਇਹੀ ਜਿਹੜਾ ਅਲੰਕਾਰ ਇਸ ਦੀ ਵਰਤੋਂ ਕਰਦੇ ਆਖਿਆ ਆ ਕਿ ਹਰ ਪ੍ਰਭ ਕਾਜ ਰਚਾਇਆ, ਗੁਰਮੁਖ ਵਿਆਹਨ ਆਇਆ। ਕਿ ਜਿਹੜਾ ਕਾਰਜ ਆ ਇਹ ਪ੍ਰਭੂ ਨਹੀਂ ਰਚਾਇਆ ਤਾਂ ਪਰ ਉਹ ਗੁਰੂ ਦੁਆਰਾ ਜੀਵ ਇਸਤਰੀ ਨੂੰ ਵਿਆਹਣ ਲਈ ਆਉਂਦਾ। ਕਾਜ ਰਚਾਇਆ ਗੁਰਮੁਖ ਹਰ ਪਾਇਆ, ਸਾਤਨ ਕੰਤ ਪਿਆਰੀ। ਤੋ ਇਹਨਾਂ ਦਾ ਭਾਵ ਆ ਕਿ ਪ੍ਰਭੂ ਜਿਹਨੂੰ ਆਪਣੇ ਨਾਲ ਮਿਲਾਉਣਾ ਚਾਹੁੰਦਾ, ਭਾਵ ਜਿਹੜਾ ਮਨੁੱਖ ਸੱਚਮੁੱਚ ਰੱਬ ਨਾਲ ਜੁੜਨਾ ਚਾਹੁੰਦਾ, ਤਾਂ ਗੁਰੂ ਨੇ ਇਹ ਮਰਿਆਦਾ ਬਣਾਈ ਆ ਕਿ ਉਹ ਗੁਰੂ ਦੁਆਰਾ ਹੀ ਉਸ ਤੱਕ ਅਪੜ ਸਕਦਾ। ਤੋ ਤਾਂ ਹੀ ਮਹਾਰਾਜ ਨੇ ਵੀ ਇੱਕ ਥਾਂ ਹੋਰ ਆਖਿਆ ਹੋਇਆ ਕਿ ਗੁਰਦੁਆਰਾ ਹਮਰਾ ਵਿਆਹ ਜੋ ਹੋਆ। ਤੋ ਗੁਰਦੁਆਰਾ ਤੋਂ ਭਾਵ ਆ ਗੁਰੂ ਰਾਹੀਂ, ਗੁਰਦੁਆਰਾ। ਤੋ ਜਿਹੜਾ ਇਹ ਵਿਆਹ ਦਾ ਕਾਰਜ ਆ ਪ੍ਰਭੂ ਨੇ ਰਚਾਇਆ, ਪਰ ਰਚਾਇਆ ਉਹਨੇ ਗੁਰੂ ਦੁਆਰਾ। ਗੁਰੂ ਦੁਆਰਾ ਹੀ ਉਹ ਜੀਵ ਇਸਤਰੀ ਨੂੰ ਵਿਆਹਣ ਲਈ ਆਇਆ। ਤੋ ਭਾਵ ਅਰਥ ਆ ਕਿ ਗੁਰੂ ਰਾਹੀਂ ਉਸ ਪ੍ਰਭੂ ਨਾਲ ਜੁੜ ਸਕੀਦਾ। ਜਿਹਨੂੰ ਰੱਬ ਆਪਣੇ ਨਾਲ ਮਿਲਾਉਣਾ ਚਾਹੁੰਦਾ ਉਹਨੂੰ ਗੁਰੂ ਮਿਲਾਉਂਦਾ। ਉਹ ਮਨੁੱਖ ਗੁਰੂ ਦੀ ਸ਼ਰਨ ਵਿੱਚ ਆ ਕੇ ਆਪਣੀ ਮੱਤ ਛੱਡ ਗੁਰੂ ਦੀ ਮੱਤ ਲੈਂਦਾ, ਔਰ ਫਿਰ ਜਦੋਂ ਉਹਨੂੰ ਉਹ ਪ੍ਰੈਕਟੀਕਲੀ ਅਪਣਾਉਂਦਾ ਤਾਂ ਇਸ ਤਰ੍ਹਾਂ ਉਹਦਾ ਹਰ ਪ੍ਰਭੂ ਜੀ ਨਾਲ ਵਿਆਹ ਹੁੰਦਾ। ਪ੍ਰਭੂ ਨਾਲ ਜੋ ਜੁੜਨਾ ਉਹ ਇੱਥੇ ਉਹਨੂੰ ਆਖਿਆ ਕਿ ਰੱਬ ਨਾਲ ਵਿਆਹ ਹੋਣਾ। ਤੋ ਇਸ ਲਈ ਮਹਾਰਾਜ ਆਖਦੇ ਆ ਕਿ ਹਰ ਪ੍ਰਭ ਠਾਕੁਰ ਕਾਜ ਰਚਾਇਆ, ਕਿ ਪ੍ਰਭੂ ਜੀ ਨੇ ਜਿਹੜਾ ਕਾਰਜ ਰਚਾਇਆ ਵਿਆਹ ਦਾ, ਤਨ ਹਿਰਦੈ ਨਾਮ ਵਿਗਾਸੀ। ਜਿਹੜੀ ਇਹ ਜੀਵ ਇਸਤਰੀ ਆ ਇਹਦੇ ਮਨ ਵਿੱਚ ਖੇੜਾ ਪੈਦਾ ਹੋਇਆ, ਪ੍ਰਫੁੱਲਤ ਹੋਈ। ਜਨ ਨਾਨਕ ਬੋਲੇ ਚੌਥੀ ਲਾਵੇਂ, ਹਰ ਪਾਇਆ ਪ੍ਰਭ ਅਬਨਾਸ਼ੀ। ਅਖੀਰ ਵਿੱਚ ਮਹਾਰਾਜ ਫਰਮਾਉਂਦੇ ਆ ਕਿ ਪ੍ਰਭੂ ਪਤੀ ਨਾਲ ਇਹ ਜਿਹੜੀ ਜੀਵ ਇਸਤਰੀ ਦੇ ਵਿਆਹ ਦੀ ਚੌਥੀ ਲਾਮ ਆ, ਇਸ ਚੌਥੀ ਲਾਮ ਦੇ ਸਮੇਂ ਇਸ ਜੀਵ ਇਸਤਰੀ ਨੇ ਉਹ ਕੰਤ ਪਾ ਲਿਆ, ਉਹ ਮਾਲਕ ਪਾ ਲਿਆ, ਕੰਤ ਪਾ ਲਿਆ ਜਿਹੜਾ ਅਬਿਨਾਸ਼ੀ ਆ। ਅਬਿਨਾਸ਼ੀ ਦਾ ਅਰਥ ਆ ਜਿਹਦਾ ਕਦੇ ਨਾਸ਼ ਨਹੀਂ ਹੁੰਦਾ। ਇੱਥੇ ਜਦੋਂ ਮਹਾਰਾਜ ਬਾਣੀ ਵਿੱਚ ਸੁਹਾਗਣ ਸ਼ਬਦ ਵਰਤਦੇ ਆ ਤਾਂ ਸੁਹਾਗਣ ਦਾ ਅਰਥ ਹੈ ਜਿਹੜਾ ਅਸੀਂ ਆਮ ਲੈਂਦੇ ਆ ਕਿ ਵਿਆਹਤਾ ਇਸਤਰੀ ਜਿਹਦਾ ਜਿਹੜਾ ਮਾਲਕ ਆ, ਉਹਦਾ ਜਿਹੜਾ ਕੰਤ ਆ ਉਹ ਮੌਜੂਦ ਆ। ਪਰ ਗੁਰਬਾਣੀ ਵਿੱਚ ਜਿਹੜਾ ਇਹ ਸ਼ਬਦ ਕੇਵਲ ਇਸ ਅਰਥ ਵਿੱਚ ਹੀ ਨਹੀਂ ਬਲਕਿ ਇਸ ਅਰਥ ਵਿੱਚ ਜ਼ਿਆਦਾ ਵਰਤਿਆ ਗਿਆ ਕਿ ਜਿਹੜੇ ਮਨੁੱਖ ਸੱਚਮੁੱਚ ਰੱਬ ਨਾਲ ਜੁੜੇ ਹੋਏ ਆ ਉਹਨਾਂ ਨੂੰ ਸੁਹਾਗਣਾ ਆਖਿਆ। ਇਸ ਲਈ ਬਾਣੀ ਵਿੱਚ ਆਖਿਆ ਕਿ ਗੁਰਮੁਖ ਸਦਾ ਸੁਹਾਗਣੀ ਪਿਰ ਰਾਖਿਆ ਉਰ ਧਾਰ, ਕਿ ਜਿਹੜੇ ਗੁਰਮੁਖ ਆ ਉਹ ਹਮੇਸ਼ਾ ਸੁਹਾਗ ਭਾਗ ਵਾਲੇ ਆ, ਭਾਵ ਉਹਨਾਂ ਨੂੰ ਕਦੀ ਵੀ ਰੱਬ ਨਾਲੋਂ ਵਿਛੋੜਾ ਨਹੀਂ ਹੁੰਦਾ। ਔਰ ਇਹ ਮਿਲਾਪ ਅਜਿਹਾ ਅਜੇ ਜਿਹੜੀ ਸਧਾਰਨ ਇਸਤਰੀ ਆ, ਹੋ ਸਕਦਾ ਇਹਨਾਂ ਦਾ ਕੱਲ ਨੂੰ ਤਲਾਕ ਹੋ ਜਾਵੇ, ਤੋੜ ਵਿਛੋੜਾ ਹੋ ਜਾਵੇ, ਜਾਂ ਇੱਕ ਦੀ ਮੌਤ ਹੋ ਜਾਵੇ, ਮਤਭੇਦ ਪੈਦਾ ਹੋ ਜਾਣ, ਤੋੜ ਵਿਛੋੜਾ ਹੋ ਜਾਵੇ। ਪਰ ਇਹ ਜਿਹੜਾ ਮਿਲਾਪ ਆ ਗੁਰੂ ਸਾਹਿਬ ਦਾ ਮੰਨਣਾ ਕਿ ਜੇ ਸੱਚਮੁੱਚ ਕੋਈ ਇੱਕ ਵਾਰ ਜੁੜ ਗਿਆ ਤਾਂ ਫਿਰ ਇਹ ਕਦੀ ਵਿਛੋੜੇ ਵਿੱਚ ਨਹੀਂ ਬਦਲਦਾ। ਇਸ ਲਈ ਆਖਦਾ ਹੈ ਕਿ ਮਿਲਿਆ ਹੋਏ ਨਾ ਵਿਛੜਾ, ਪਰ ਨਾਲ ਸ਼ਰਤ ਦਾ ਦੱਸ ਦਿੱਤਾ ਕਿ ਜੇ ਮਿਲਿਆ ਹੋਈ, ਕਿ ਸੱਚਮੁੱਚ ਜਿਹੜਾ ਕੋਈ ਮਿਲਿਆ ਉਹਦੇ ਨਾਲ ਜੁੜਿਆ ਉਹ ਕਦੀ ਉਹਦੇ ਨਾਲੋਂ ਟੁੱਟ ਹੀ ਨਹੀਂ ਸਕਦਾ। ਅਸੀਂ ਕਿਉਂ ਨਾ ਕਹਿ ਦਿੰਦੇ ਹਾਂ ਨਾ ਜੀ ਫਲਾਣਾ ਬੜਾ ਜੁੜਿਆ ਹੋਇਆ ਸੀ ਪਰ ਫਿਰ ਅਚਾਨਕ ਉਹਦੀ ਸ਼ਰਧਾ ਭੰਗ ਹੋ ਗਈ। ਅਸਲ ਵਿੱਚ ਐਸੇ ਮਨੁੱਖਾਂ ਦੀ ਸ਼ਰਧਾ ਉਡੀਕ ਵਿੱਚ ਹੀ ਰਹਿੰਦੀ ਆ ਕਿ ਕਦੋਂ ਜਿਹੜਾ ਕਿ ਐਸਾ ਮੌਕਾ ਮਿਲੇ ਤੇ ਅਸੀਂ ਸ਼ਰਧਾ ਜਿਹੜੀ ਤੋੜ ਲਈਏ। ਪਰ ਗੁਰੂ ਸਾਹਿਬ ਦਾ ਮੰਨਣਾ ਕਿ ਜਿਨ੍ਹਾਂ ਨੂੰ ਉਹ ਅਬਨਾਸ਼ੀ ਮਿਲ ਗਿਆ ਉਹ ਹਮੇਸ਼ਾ ਲਈ ਸੁਹਾਗ ਭਾਗ ਵਾਲੇ ਆ। ਤੋ ਸੰਖੇਪ ਵਿੱਚ ਜਿਹੜੀਆਂ ਇਹ ਚੌਥੀ ਲਾਮ ਆ, ਇਹਦੇ ਵਿੱਚ ਗੁਰੂ ਸਾਹਿਬ ਜੀ ਇਹ ਜਿਹੜਾ ਚੌਥਾ ਲੱਛਣ ਆ ਰੱਬ ਨਾਲ ਜੁੜਨ ਦਾ ਉਹ ਇਸ ਰੂਪ ਵਿੱਚ ਦਰਸਾ ਰਹੇ ਆ। ਠੀਕ ਹੈ ਜੀ, ਤੁਸੀਂ ਬਹੁਤ ਚੰਗੀ ਤਰ੍ਹਾਂ ਦੱਸਿਆ। ਹੋ ਸਕਦਾ ਸਰੋਤਿਆਂ ਨੂੰ ਸਾਰੀ ਚੀਜ਼ ਸਮਝ ਆਈ। ਚੌਥੀ ਚਾਰੇ ਲਾਵਾਂ ਵਿੱਚ ਅਸੀਂ ਬੜੇ ਕਲੀਅਰਲੀ ਦੱਸਿਆ ਕਿ ਇਹ ਪ੍ਰਮਾਤਮਾ ਨਾਲ ਮਿਲਣ ਦਾ ਮਿਲਾਪ ਦੇ ਸਟੈਪਸ ਵੀ ਹੈ ਤੇ ਉਹਦੇ ਵੱਲ ਜਾਣ ਦੇ ਇੱਕ ਤਰੀਕਾ ਹੈ। ਸੋ ਅਸੀਂ ਕੁਐਸਚਨਸ ਅਗਲੀ ਵਾਰੀ ਵਿੱਚ ਅਸੀਂ ਕੁਐਸਚਨ ਆਨਸਰ ਜਿਹੜੇ ਇਹਨਾਂ ਦੇ ਉੱਤੇ ਹੈਗੇ ਉਹ ਲੋਕ ਕਰਾਂਗੇ। ਸੋ ਭਾਈ ਸਾਹਿਬ ਦਾ ਬਹੁਤ ਬਹੁਤ ਥੈਂਕਸ। ਭੁੱਲ ਚੁੱਕ ਦੀ ਖਿਮਾ। ਸਾਰੇ ਜਣਿਆਂ ਨੂੰ ਸ਼ੇਅਰ ਕਰਿਆ ਕਰੋ, ਲਾਈਕ ਕਰਿਆ ਕਰੋ
ਤਾਂ ਕਿ ਲੋਕਾਂ ਤੱਕ ਹੋਰ ਪਹੁੰਚ ਸਕੇ। ਜੇ ਕੋਈ ਵੀ ਕੁਐਸਚਨ ਹੋਣ ਤਾਂ ਪਲੀਜ਼ ਕਮੈਂਟਸ ਬਾਕਸ ਵਿੱਚ ਭੇਜੋ। ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।